ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਤੇ ਮਾਵਾਂ ਨੂੰ ਜੀ ਆਇਆਂ ਨੂੰ। ਅੱਜ ਦੀ ਗੱਲ ਤੋਂ ਪਹਿਲਾਂ ਤੁਹਾਨੂੰ ਚੇਤਾ ਕਰਾਈਏ ਕਿ ਜੇ ਹਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਕਰੋ, ਸਾਡੀ ਆਵਾਜ਼ ਨੂੰ ਤਗੜਾ ਕਰੋ, ਦੂਰ ਤੱਕ ਪੜਾਓ। ਹੁਣ ਆਉਨੇ ਅੱਜ ਦੀ ਗੱਲ ਵਾਲੇ ਪਾਸੇ। ਅੱਜ ਦੀ ਗੱਲ ਹੈ ਵਹਿਸ਼ੀ ਪੰਜਾਬ ਪੁਲਿਸ ਤੇ ਮਲੂਕੜੀ ਆਵਾਮ। ਹਰ ਰੋਜ਼ ਹੀ ਤੁਸੀਂ ਇਹ ਤਮਾਸ਼ਾ ਤੇ ਕਜੀਆ ਆਪਣੇ ਸਾਹਮਣੇ ਵੇਖਦੇ ਹੋ। ਸਾਡੀ ਵਹਿਸ਼ੀ ਪੰਜਾਬ ਪੁਲਿਸ ਦਾ ਕਸਬ ਵੀ ਵੇਖਦੇ ਹੋ ਤੇ ਇਹ ਵੀ ਵੇਖਦੇ ਹੋ ਵੀ ਤਗੜੇ ਬੰਦੇ ਦੇ ਪੈਰੀਂ ਪੈਂਦੇ ਨੇ, ਸਲੂਟ ਮਾਰਦੇ ਨੇ, ਕੁਰਸੀਆਂ ਚੁੱਕ ਰੱਖਦੇ ਨੇ, ਪੈਪਸੀ ਦੀਆਂ ਬੋਤਲਾਂ 'ਚ ਆਪ ਪੈਪ ਪਾ ਕੇ, ਜਿਹਨੂੰ ਸਟਰਾ ਆਂਦੇ ਨੇ ਅੰਗਰੇਜ਼ੀ 'ਚ, ਉਹ ਸਾਹਮਣੇ ਰੱਖਦੇ ਨੇ ਤੇ ਮਾੜੇ ਨੂੰ ਭੌਂਦੇ ਭਾਉਂਦੇ ਨੇ, ਚਪੇੜਾਂ ਮਾਰਦੇ ਨੇ, ਧੋਤੀਆਂ ਖੋਲ੍ਹ ਦਿੰਦੇ ਨੇ, ਵੱਖੀਆਂ ਸੇਕ ਦਿੰਦੇ ਨੇ। ਤੇ ਇਹ ਵੀ ਸਮਝ ਨਹੀਂ ਆਉਂਦੀ ਕਿ ਇਹ ਕਰਨ ਵਾਲੇ ਸਾਰੇ ਤੁਹਾਡੇ ਵਿੱਚੋਂ ਹੀ ਹੁੰਦੇ ਨੇ, ਤੁਹਾਡੇ ਵਰਗੇ ਹੀ ਹੁੰਦੇ ਨੇ। ਜਿਹੜੇ ਕਾਂਸਟੇਬਲ ਤੇ ਹਵਾਲਦਾਰ, SP ਜਿਹੜੇ ਨੇ ਤੇ DIG ਨੇ, ਆਪ ਤੇ ਨਹੀਂ ਮਾਰਦੇ ਕਿਸੇ ਨੂੰ, ਮਰਵਾਉਂਦੇ ਤੇ ਸਿਪਾਹੀਆਂ ਕੋਲੋਂ ਨੇ, ਹਵਾਲਦਾਰਾਂ ਕੋਲੋਂ ਨੇ। ਤੇ ਉਹ ਸਾਰੇ ਜਿਹੜੇ ਜਵਾਨ ਹੁੰਦੇ ਨੇ ਉਹ ਤੁਹਾਡੇ ਵਰਗੇ ਮਾੜੇ ਘਰਾਂ ਤੋਂ ਹੀ ਹੁੰਦੇ ਨੇ। ਹੁਣ ਕਿਸੇ ਵੱਡੇ ਸਾਹੂਕਾਰ ਦਾ ਪੁੱਤਰ ਤੇ ਸਿਪਾਹੀ ਲੱਗਣ ਤੋਂ ਰਿਹਾ, ਉਹ ਤੁਹਾਡੇ ਵਰਗੇ ਆਪ ਮਲੂਕੜੇ, ਜਿਨ੍ਹਾਂ ਦਾ ਪਿਓ ਵੀ ਸਾਰੀ ਉਮਰ ਮਲੂਕੜਾ ਹੁੰਦਾ ਹੈ, ਆਪ ਵੀ ਉਹ ਮਲੂਕੜੇ, ਭੈਣ ਭਰਾ ਵੀ ਮਲੂਕੜੇ। ਪਤਾ ਨਹੀਂ ਕਿਵੇਂ ਭੱਜ ਕੇ ਦੌੜਾਂ ਦੇ ਵਿੱਚ ਤੇ ਕਿਵੇਂ ਰੁਪਈਏ ਦੇ ਕੇ ਤੇ ਪਿਓ ਨੇ ਕਿਤੇ ਜਾ ਕੇ ਮਿੰਨਤ ਤਰਲਾ ਕਰਕੇ ਉਹਨਾਂ ਨੂੰ ਭਰਤੀ ਕਰਾਇਆ ਹੁੰਦਾ ਹੈ। ਸਾਰੀ ਉਮਰ ਬੱਸਾਂ ਦੇ ਉੱਤੇ ਧੱਕੇ ਖਾਧੇ ਹੁੰਦੇ ਨੇ ਉਹਨਾਂ ਨੇ, ਤੇ ਪਬਲਿਕ ਟਾਇਲਟ, ਪਬਲਿਕ ਬਾਥਰੂਮ, ਗੁਸਲਖਾਨਾ ਇਸਤੇਮਾਲ ਕਰਨ 'ਤੇ ਵੀ ਰੁਪਈਏ ਨਹੀਂ ਦੇ ਪਾਉਂਦੇ। ਉੱਥੇ ਵੀ ਆਂਦੇ ਨੇ ਮੁਲਾਜ਼ਮ ਜਨਾਬ, ਤੇ ਕਿਰਾਇਆ ਵੀ ਕਿਸੇ ਬੱਸ ਨੂੰ ਨਹੀਂ ਦੇਣਾ, ਉੱਥੇ ਵੀ ਆਖਣਾ ਵੀ ਮੁਲਾਜ਼ਮ ਜਨਾਬ। ਮਾਜ਼ਰਤ ਹੈ, ਲੇਕਿਨ ਭੈਣਾਂ ਵੀ ਦੇਖਣ ਡਈਆਂ ਹੁੰਦੀਆਂ ਨੇ। ਬਸ ਇਹ ਦੱਸਣ ਵਾਲੀ ਗੱਲ ਵੀ ਇੱਕ ਜਾਂ ਦੋ ਵਰਦੀਆਂ ਹੁੰਦੀਆਂ ਨੇ ਤੇ ਇੱਕੋ ਹੀ ਅੰਡਰਵੇਅਰ ਹੁੰਦਾ ਹੈ ਤੇ ਇੱਕੋ ਹੀ ਬਨੈਨ ਹੁੰਦੀ, ਉਹਨੂੰ ਧੋ ਪਾਈ ਜਾਣਾ। ਮਾੜੇ ਘਰਾਂ ਤੋਂ ਹੁੰਦੇ ਨੇ ਮੁੰਡੇ, ਕੋਈ ਇਹ ਸਾਹੂਕਾਰ ਨਹੀਂ ਹੁੰਦੇ। ਮਾੜੇ ਹੀ ਤਰੀਕੇ ਨਾਲ ਇਹਨਾਂ ਦਾ ਘਰ ਚੱਲਣ ਡਿਆ ਹੁੰਦਾ ਹੈ। ਬਸ ਕੋਈ ਤਨਖਾਹ ਆ ਗਈ ਤੇ ਤੁਹਾਨੂੰ ਇਹ ਲੱਗਦਾ ਪਤਾ ਨਹੀਂ ਕਰੋੜਾਂ ਰੁਪਈਏ ਬਣਾ ਲੈਂਦੇ ਨੇ। ਹੀ ਕਿਸੇ ਕੋਲ 5 ਫੜ ਲਏ ਤੇ 10 ਫੜ ਲਏ, ਤੇ ਬੜੇ ਧੱਕੇ ਦੇ ਨਾਲ ਜ਼ਿੰਦਗੀ ਗੁਜ਼ਰਨ ਰਹੀ ਹੁੰਦੀ ਹੈ। ਫਿਰ ਤੁਸੀਂ ਸੋਚਦੇ ਹੋਵੋਗੇ, ਜਦੋਂ ਇਹਨਾਂ ਨੂੰ ਇਹ ਕਸਬ ਕਰਦਿਆਂ ਵੇਖਦੇ ਹੋ, ਕਿ ਜਦੋਂ ਕੋਈ ਮਾੜਾ ਬੰਦਾ ਇਹਨਾਂ ਦੇ ਟੇਟੇ ਚੜ੍ਹਦਾ ਹੈ ਤੇ ਉਹਨੂੰ ਜਿਵੇਂ ਫੈਂਟਾ ਲਾਉਂਦੇ ਨੇ, ਇਹ ਇੰਜ ਲੱਗਦਾ ਐਵੇਂ ਵਹਿਸ਼ੀ ਹੁੰਦੇ ਨੇ, ਐਵੇਂ ਹਾਈਨਾ ਬਣਦੇ ਨੇ। ਹਾਈਨਾ ਉਹ ਗਿੱਦੜਾਂ ਵਰਗੀ ਸ਼ੈ ਹੁੰਦੀ ਹੈ ਜਿਹੜੀ ਇਕੱਠੇ ਹੋ ਕੇ ਸ਼ੇਰ ਦਾ ਕੀਤਾ ਹੋਇਆ ਸ਼ਿਕਾਰ ਬਾਅਦ ਦੇ ਵਿੱਚ ਖਾਂਦੇ ਨੇ। ਇੰਜ ਮਾੜੇ ਬੰਦੇ 'ਤੇ ਚੜ੍ਹਾਈ ਕਰਦੇ ਨੇ ਜਿਵੇਂ ਆਪ ਮਾੜੇ ਹੀ ਨਹੀਂ, ਆਪਣੇ ਟੱਬਰ 'ਚ ਮਾੜੇ ਹੈ ਹੀ ਕੋਈ ਨਹੀਂ, ਤੇ ਪਤਾ ਹੀ ਨਹੀਂ ਮਾੜੇ ਬੰਦੇ ਦੇ ਦੁੱਖ ਕੀ ਹੁੰਦੇ ਨੇ, ਤੇ ਮਾੜੇ ਬੰਦੇ ਦੀ ਕੂਕ ਰੱਬ ਤੱਕ ਹੀ ਜਾ ਸਕਦੀ, ਹੋਰ ਤੇ ਕੁਝ ਨਹੀਂ। ਸਮਝ ਨਹੀਂ ਆਉਂਦਾ ਕਿ ਆਪ ਉਹ ਜਿਹੜਾ ਮਾੜੇ ਘਰਾਂ ਤੋਂ ਤਲਕ ਰੱਖਦਾ, ਜਿਹਨੂੰ ਪਤਾ ਹੁੰਦਾ ਮਾੜੇ ਹੋਣ ਦਾ ਦੁੱਖ ਕੀ ਹੈ, ਗਮ ਕੀ ਹੈ, ਮਾੜੇ ਬੰਦੇ ਦੀਆਂ ਮੁਸੀਬਤਾਂ ਕੀ ਨੇ, ਉਹ ਮਾੜੇ ਨਾਲ ਸਲੂਕ ਐਡਾ ਮਾੜਾ ਕਿਵੇਂ ਕਰਦੇ ਨੇ। ਤੁਸੀਂ ਸੋਚਦੇ ਹੋਵੋਗੇ ਕਿ ਜੋ ਕੁਝ ਤੁਸੀਂ ਵੇਖਿਆ ਹੈ ਕਿ ਬਹਾਵਲ ਨਗਰ 'ਚ ਇੱਜ਼ਤ ਲੁੱਟ ਲਈ ਬੱਚੀ ਦੀ, ਟੈਕਸਲੇ ਦੇ ਵਿੱਚ ਉਹ ਨਾਨੀ ਦਾਦੀ ਦੀ ਉਮਰ ਦੀ ਸਾਡੀ ਮਾਂ ਸੀ ਜਿਹਦੇ ਮੂੰਹ 'ਤੇ ਚਪੇੜਾ ਮਾਰਨ ਡਏ ਸਨ। ਫਿਰ ਤੁਸੀਂ ਵੇਖਿਆ ਕਿ ਉਹ ਲਾਹੌਰ ਦੇ ਵਿੱਚ ਪਿਛਲੇ ਦਿਨੋਂ, ਮੈਂ ਤੁਹਾਨੂੰ ਪਿਛਲੇ 1.5 ਹਫ਼ਤੇ ਦੀਆਂ ਗੱਲਾਂ ਦੱਸਣ ਡਿਆ, ਲਾਹੌਰ ਦੇ ਵਿੱਚ ਪਿਛਲੇ ਹਫ਼ਤੇ ਇੱਕ ਮੁੰਡਾ ਮਾਰ ਦਿੱਤਾ, ਆਖਿਆ ਜੀ ਮਨਸ਼ੀਆਤ ਵੇਚਦਾ ਸੀ। ਫਿਰ ਇੱਕ ਬੱਚੇ 'ਤੇ ਜ਼ੁਲਮ ਦੀ ਆਈ, ਤੁਸੀਂ ਉਹ ਵੀ ਵੇਖਿਆ। ਫਿਰ ਇੱਕ ਜ਼ਨਾਨੀ ਨੂੰ ਕੁੱਟਣ ਦੀ ਆਈ ਲਾਹੌਰ ਦੇ ਵਿੱਚ। ਫਿਰ ਚਨਿਓਟ ਦੇ ਵਿੱਚ ਥਾਣੇ ਦੇ ਦਰਵਾਜ਼ੇ ਦੇ ਉੱਤੇ ਇੱਕ ਜ਼ਨਾਨੀ ਨੂੰ ਜਿਵੇਂ ਖਿੱਚ ਕੇ ਅੰਦਰ ਲੈ ਕੇ ਜਾ ਰਿਹਾ ਸੀ, ਉਹ ਆਈ। ਫਿਰ ਹੋਰ ਗੱਲਾਂ ਛੱਡੋ, ਸੋਚੋ ਇਹ ਹੀ ਪੁਲਿਸ ਸਨ, ਇਹ ਹੀ ਜਵਾਨ ਸਨ ਜਿਹੜੇ ਅਲਾਮਾ ਇਕਬਾਲ ਸਾਹਿਬ ਦੇ ਘਰ ਜਾ ਟੱਪੇ ਸਨ। ਉਹਨਾਂ ਦੀ ਬਹੂ ਜਿਹੜੀ ਜਸਟਿਸ ਸਾਹਿਬਾ ਸਨ, ਉਹਨਾਂ ਨਾਲ ਬਦਤਮੀਜ਼ੀ ਕੀਤੀ ਸੀ। ਫਿਰ ਉਸਮਾਨ ਡਾਰ ਤੇ ਉਮਰ ਡਾਰ ਦੀ ਵਾਲਦਾ ਦਾ ਜਿਹੜਾ ਗਿਰੇਬਾਨ ਪਾੜਿਆ ਸੀ, ਉਹ ਕਿਸੇ SP ਨੇ ਤਾਂ ਨਹੀਂ ਸੀ ਪਾੜਿਆ, ਇਹਨਾਂ ਹੀ ਜਵਾਨਾਂ ਪਾੜਿਆ ਸੀ। ਫਿਰ ਤੁਸੀਂ ਆਪ ਸੋਚ ਸਕਦੇ ਹੋ ਕਿ ਉਹਨਾਂ ਦੀ ਵਾਲਦਾ ਨੂੰ ਇਹ ਵੀ ਆਖਿਆ ਸੀ ਵੀ ਤੁਹਾਡੀ ਇੱਜ਼ਤ ਲੁੱਟ ਲਾਂਗੇ। ਇਹ ਉੱਥੇ ਠੀਕ ਹੈ, ਉਹ DPO ਹੱਸਣ ਲੱਗਾ ਸੀ, ਪਰ ਉਹ ਕੰਮ ਤੇ ਥੱਲੇ ਇਹੀ ਕਰਦੇ ਨੇ ਨਾ ਸਾਰੇ। ਇਹ ਮਾੜੇ ਘਰਾਂ ਦੇ ਪੁੱਤਰ ਹੀ ਇਹ ਸਾਰੇ ਕੰਮ ਕਰਦੇ ਨੇ ਨਾ। ਮਾੜੇ ਘਰਾਂ ਦਾ ਮੈਂ ਪੈਸਿਆਂ ਤੋਂ ਮਾੜੇ ਆਖਣ ਡਿਆ, ਬਾਕੀ ਤੇ ਚੰਗੇ ਹੀ ਘਰ ਹੁੰਦੇ ਨੇ ਸਾਰੇ। ਇਹ ਤੁਸੀਂ ਸੋਚਦੇ ਹੋਵੋਗੇ ਪੁਲਿਸ ਦੇ ਵਿੱਚ ਜਿਹੜੀ ਵਹਿਸ਼ਤ ਹੈ, ਜ਼ਿੱਲੇ ਸ਼ਾਹ ਨੂੰ ਕੁਚਲ ਕੇ ਮਾਰ ਦਿੱਤਾ, ਉਹ IG ਨੇ ਆਪ ਤੇ ਨਹੀਂ ਮਾਰਿਆ ਨਾ, ਇਹ ਹੀ ਕਿਸੇ ਜਵਾਨਾਂ ਕੋਲੋਂ ਹੀ ਤਸ਼ੱਦਦ ਕਰਾਇਆ ਨਾ। ਤੇ ਇਸੇ ਤਰੀਕੇ ਨਾਲ ਬਾਕੀ ਲੋਕਾਂ ਨਾਲ ਜੋ ਕੁਛ ਇਹ ਕਰੀ ਫਿਰਦੇ ਨੇ, ਤੇ ਜਿਸ ਤਰ੍ਹਾਂ ਇਮਰਾਨ ਖਾਨ ਦੇ ਘਰ ਦਾ ਗੇਟ ਭੰਨਣਾ, ਤੇ ਇਹ ਆਖਰ ਇਨਕਾਰ ਕਰ ਸਕਦੇ ਨੇ ਨਾ, ਕੋਈ ਐਸਾ ਹੁਕਮ, ਕੋਈ ਰੱਬੀ ਹੁਕਮ ਤੇ ਇਹਨਾਂ ਨੂੰ ਤੋਬਾ ਨਾਊਜ਼ ਬਿੱਲਾ ਨਹੀਂ ਲੱਭਣ ਡਿਆ ਨਾ, ਅਫਸਰ ਹੀ ਆਖਣ ਡਿਆ ਨਾ, ਕੀ ਹੋਏਗਾ, ਲੈਣ ਹਾਜ਼ਰ ਹੋ ਜਾਣਗੇ। ਇਹ ਹੀ ਤੇ ਇਨਸਾਨ ਦਾ ਇਮਤਿਹਾਨ ਹੁੰਦਾ ਹੈ ਕਿ ਉਹ ਉਹਦੇ 'ਤੇ ਇਮਤਿਹਾਨ ਆਏ ਤੇ ਅੱਗੋਂ ਇਨਕਾਰ ਕਰੇ ਕਿ ਜੀ ਇਹ ਗੈਰ ਕਾਨੂੰਨੀ ਹੁਕਮ ਹੈ, ਮੈਂ ਨਹੀਂ ਮੰਨ ਸਕਦਾ, ਇਹ ਜ਼ੁਲਮ ਦਾ ਹੁਕਮ ਹੈ। ਕੀ ਕਰ ਲੇਗਾ ਕੋਈ? ਰੱਬ ਤਾਂ ਨਹੀਂ ਹੈਗੇ, ਰਿਜ਼ਕ ਤੇ ਰੱਬ ਨੇ ਦੇਣਾ, ਕਿ ਸਾਹ ਕੱਢ ਲੈਣਗੇ ਤੁਹਾਡਾ? ਕੀ ਕਰਨਗੇ ਉਹ? ਕਿਸੇ ਆਖਿਆ ਸੀ IG ਤੇ ਸਿਪਾਹੀ ਜੀ, ਇਹਨਾਂ ਦੋਵਾਂ ਦਾ ਕੁਝ ਨਹੀਂ ਹੋ ਸਕਦਾ। IG ਤੋਂ ਉੱਤੇ ਕਿਸੇ ਕੀ ਤੋਹਫਾ ਦੇਣਾ ਹੈ, ਤੇ ਸਿਪਾਹੀ ਜੀ ਤੋਂ ਥੱਲੇ, ਉਹ ਵਾਲੀ ਗੱਲ ਤੇ ਗਲਤ ਹੈ। IG ਤੋਂ ਉੱਤੇ ਤੇ ਨੂਨ ਵਾਲੇ ਸੈਨੇਟਰ ਵੀ ਲਾਉਂਦੇ ਨੇ ਤੇ ਬੜਾ ਕੁਝ ਕਰਦੇ ਨੇ, ਪਰ ਸਿਪਾਹੀ ਜੀ ਦੇ ਨਾਲ ਕੀ ਕਰ ਲੈਣਾ?
ਪਰ ਆਪਣੇ ਛੋਟੇ ਜਿਹੇ ਮਫਾਦ, ਆਪਣੇ ਪਾਈਆ ਗੋਸ਼ਤ ਵਾਸਤੇ ਦੂਜੇ ਦਾ ਊਂਠ ਜ਼ਿਬਾ ਕਰ ਦੇਣਾ। ਔਰ ਫਿਤਰਤ ਦੇ ਵਿੱਚ ਵੀ ਸਾਡੇ ਇੱਕ ਹੈਵਾਨਗੀ ਹੈ, ਇੱਕ ਡੰਗਰਪੁਣਾ ਹੈ ਕਿ ਜਦੋਂ ਕਿਸੇ ਤੇ ਜ਼ੁਲਮ ਕਰਨ ਦਾ ਮੌਕਾ ਮਿਲਦਾ ਤੇ ਫਿਰ ਨਾ ਰੱਬ ਕੋਲੋਂ ਡਰ ਆਉਂਦਾ, ਨਾ ਸੋਚ ਆਉਂਦੀ ਹੈ। ਤੁਸੀਂ ਵੇਖਦੇ ਹੋ ਜਦੋਂ ਆਉਂਦੇ ਨੇ ਫੜੋ ਇਹਨਾਂ ਨੂੰ ਤੇ ਕਿੰਜ ਖਿੱਚ ਡੰਡੇ ਮਾਰਦੇ ਨੇ, ਉਹਨਾਂ ਨੂੰ ਲਾਠੀਆਂ ਮਾਰਦੇ ਨੇ, ਇਹ ਸੋਚਿਓ ਬਗੈਰ ਕਿ ਉਹ ਵੀ ਤੁਹਾਡੇ ਵਰਗੇ ਕਿਸੇ ਦੇ ਭੈਣ ਭਰਾ ਪੁੱਤਰ ਨੇ। ਜਦੋਂ ਜ਼ਨਾਨੀਆਂ ਨੂੰ ਹੱਥ ਪਾਉਂਦੇ ਨੇ ਉਦੋਂ ਕੋਈ ਗੈਰਤ ਨਹੀਂ ਹੈ, ਸ਼ਰਮ ਨਹੀਂ ਹੈ। ਹਾਲਾਂ ਮਾਵਾਂ ਨੇ ਇਹ ਨਹੀਂ ਸਿਖਾਇਆ ਹੋਇਆ। ਭੈਣਾਂ ਘਰੋਂ ਆਪਣੇ ਵੀਰਾਂ ਦੀ, ਜਿਨ੍ਹਾਂ ਨੂੰ ਵਰਦੀਆਂ ਪਾ ਕੇ ਘਰੋਂ ਆਉਂਦੇ ਨੇ, ਇਹਨਾਂ ਦੀ ਦੁਆਵਾਂ ਕਰਦੀਆਂ ਨੇ ਇਹਨਾਂ ਦੀ ਕਿਸਮਤ ਦੇ। ਤੇ ਫਿਰ ਇਹ ਚਲੋ ਜੇ ਫੜਨਾ ਵੀ ਹੈ ਕਿਸੇ ਦੇ ਕਹਿਣ ਤੇ ਐਡਾ ਜ਼ੁਲਮ ਕਿਉਂ ਕਰਦੇ ਨੇ? ਤੁਸੀਂ ਕਦੀ ਸੋਚਿਆ? ਅੱਜ ਮੈਂ ਇਹਦੇ ਤੇ ਚਾਨਣ ਪਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇਹਨਾਂ 'ਚ ਹਵਾਨੀਅਤ ਆਈ ਕਿੱਥੋਂ ਹੈ। ਇਹ ਜੋ ਕੁਝ ਕਰਦੇ ਫਿਰਦੇ ਨੇ, ਇਹ ਅੱਜ ਇਹ ਗੱਲ ਤੁਹਾਡੇ ਨਾਲ ਇਸ ਤੋਂ ਸ਼ੇਅਰ ਕਰਨ ਡਿਆ ਵੀ ਦੁਬਈ ਤੋਂ ਇੱਕ ਮੁੰਡਾ ਵਾਪਸ ਆਇਆ ਮਜ਼ਦੂਰੀ ਆਪਣੀ ਕਰਕੇ। ਉਹ 'ਤੇ ਇੰਨਾ ਤਸ਼ੱਦਦ ਕੀਤਾ, ਇਹ ਪੁਰਾਣੀਆਂ ਗੱਲਾਂ ਤੇ ਹਫਤਾ ਡੇਢ ਹਫਤਾ ਪੁਰਾਣੀਆਂ ਦੱਸੀਆਂ ਨੇ। ਅੱਜ ਦੀ ਖਬਰ ਇਹ ਕਿ ਦੁਬਈ ਤੋਂ ਆਉਣ ਵਾਲੇ ਮੁੰਡੇ ਨੂੰ ਕਤਲ ਕਰ ਦਿੱਤਾ। ਤਸ਼ੱਦਦ ਹੀ ਇੰਨਾ ਕੀਤਾ ਕਿ ਉਹਨੂੰ ਮਾਰ ਦਿੱਤਾ। ਇਸੇ ਤਰੀਕੇ ਨਾਲ ਰਹੀਮ ਯਾਰ ਖਾਨ ਦੇ ਵਿੱਚ ਹਫਤਾ ਪਹਿਲਾਂ ਸਾਡਾ ਇੱਕ ਵਰਕਰ ਸੀ, ਉਹਨੂੰ ਉੱਥੇ ਤਸ਼ੱਦਦ ਕਰਕੇ ਕਤਲ ਕਰ ਦਿੱਤਾ। ਤੇ ਇਹ ਰੋਜ਼ ਇਹਨਾਂ ਦੇ ਕੰਮ ਨੇ। ਅੱਜ ਮੈਂ ਤੇ ਚਾਨਣ ਪਾਉਣਾ ਚਾਹਾਂਗਾ ਔਰ ਕੁਝ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਵੀ ਹੋਇਆ ਕਿਵੇਂ। ਸਾਨੂੰ ਵਾਪਸ ਜਾਣਾ ਪਏਗਾ ਅੰਗਰੇਜ਼ ਬਹਾਦਰ ਦੇ ਜ਼ਮਾਨੇ 'ਚ। 1914 ਤੋਂ 1918 ਦੇ ਦਰਮਿਆਨ ਪਹਿਲੀ ਜੰਗੇ ਅਜ਼ੀਮ ਲੜਨੀ ਪਈ ਸੀ ਅੰਗਰੇਜ਼ ਬਹਾਦਰ ਨੂੰ। ਅਤੇ ਅੰਗਰੇਜ਼ ਬਹਾਦਰ ਦਾ ਕਬਜ਼ਾ ਉਸ ਵੇਲੇ ਸਾਡੇ 'ਤੇ ਸੀ ਅਤੇ ਇੱਥੋਂ ਵੀ ਉਹ ਬੰਦੇ ਲੈ ਕੇ ਗਿਆ ਸੀ ਉੱਥੇ ਲੜਨ ਵਾਸਤੇ। ਉਸ ਜੰਗ ਤੋਂ ਬਾਅਦ ਅੰਗਰੇਜ਼ ਬਹਾਦਰ ਦੀ ਗ੍ਰਿਪ ਥੋੜ੍ਹੀ ਜਿਹੀ ਕਮਜ਼ੋਰ ਹੋਈ ਸੀ। ਉਸ ਤੋਂ ਪਹਿਲਾਂ ਤਾਂ ਉਹਨਾਂ ਦੀ ਬੜੀ ਗ੍ਰਿਪ ਸੀ ਨਾ ਹਿੰਦੁਸਤਾਨ 'ਤੇ, ਲੇਕਿਨ ਉਹਦੇ ਜਿਹੜਾ ਉਹਨਾਂ ਨੂੰ ਨੁਕਸਾਨ ਹੋਇਆ, ਜੋ ਵੀ ਜੰਗ ਦੇ ਵਿੱਚ ਜਿਹੜੇ ਮਾਮਲਾਤ ਹੋਏ, ਉਸ ਤੋਂ ਬਾਅਦ ਅੰਗਰੇਜ਼ ਬਹਾਦਰ ਥੋੜ੍ਹਾ ਜਿਹਾ ਹਿੱਲ ਗਿਆ ਸੀ। ਉਹਨਾਂ ਨੇ ਮਾਮਲਾਤ ਨੂੰ ਕੰਟਰੋਲ ਕਰਨ ਵਾਸਤੇ 2-3 ਕੰਮ ਕੀਤੇ, ਉਹਨਾਂ ਦੇ 'ਤੇ ਕਿਸੇ ਵੇਲੇ ਫਿਰ ਚਾਨਣ ਪਾਵਾਂਗੇ। ਲੇਕਿਨ ਉਹਨਾਂ ਨੇ ਇੱਕ ਰੌਲਟ ਐਕਟ ਨਾਂ ਦੀ 1919 ਦੇ ਵਿੱਚ ਇੱਕ ਕਾਨੂੰਨ ਲਿਆਂਦਾ ਉਹਨਾਂ ਨੇ। ਇਹ ਜਿਹੜਾ ਰੌਲਟ ਐਕਟ ਸੀ, ਇਹਦੇ ਵਿੱਚ ਇੱਕ ਪਾਸੇ ਤਾਂ ਚੰਗੀ ਗੱਲ ਸੀ ਕਿ ਜਿਹੜੇ ਹਿੰਦੁਸਤਾਨ ਦੇ ਲੋਕ ਸਨ ਉਹਨਾਂ ਨੂੰ ਨੌਕਰੀਆਂ ਦਿੱਤੀਆਂ, ਉਹਨਾਂ ਨੂੰ ਜਿਹੜੀ ਗਵਰਨੈਂਸ ਸੀ ਉਹਦੇ ਵਿੱਚ ਸ਼ਾਮਿਲ ਕੀਤਾ। ਲੇਕਿਨ ਜਿਹੜਾ ਭੈੜਾ ਕੰਮ ਉਹਦੇ ਵਿੱਚ ਇਹ ਸੀ ਕਿ ਲੋਕਾਂ ਨੂੰ ਪੁਲਿਸ ਵਾਲੇ ਬਗੈਰ ਕਿਸੇ ਜੁਰਮ ਤੋਂ ਫੜ ਕੇ ਅੰਦਰ ਕਰ ਸਕਦੇ ਸਨ, ਲਾਠੀ ਲੂਠੀ ਫੇਰ ਸਕਦੇ ਸਨ, ਅਤੇ ਨਾਲ ਉਹਨੂੰ ਜਿੰਨਾ ਚਿਰ ਦਿਲ ਕਰੇ ਜੇਲੇ ਰੱਖ ਸਕਦੇ ਸਨ। ਜਿੰਨਾ ਚਿਰ ਦਾ ਮਤਲਬ ਹੈ ਵੀ ਕਾਫੀ ਦਿਨ ਰੱਖ ਸਕਦੇ ਸਨ, ਬਗੈਰ ਕਿਸੇ ਮੁਕੱਦਮੇ, ਬਗੈਰ ਕਿਸੇ ਵਾਰੰਟ ਤੋਂ। ਪਹਿਲਾਂ ਇਹ ਕੰਮ ਨਹੀਂ ਸੀ ਹੈਗਾ। ਅਤੇ ਦੂਜਾ, ਲੋਕਾਂ ਦੇ ਇਕੱਠੇ ਹੋਣ 'ਤੇ ਪ੍ਰੋਸੈਸ਼ਨ ਕਰਨ ਦੇ ਉੱਤੇ ਉਹਨਾਂ ਨੂੰ ਬੜਾ ਜਿਹੜਾ ਉਹ ਇਤਰਾਜ਼ ਸੀ ਕਿ ਉਹ ਨਹੀਂ ਕਰ ਸਕਦੇ, ਇਕੱਠੇ ਨਹੀਂ ਹੋ ਸਕਦੇ, ਜਲਸਾ ਜਲੂਸ ਨਹੀਂ ਇੱਕ ਥਾਂ 'ਤੇ ਇਕੱਠੇ ਹੋ ਸਕਦੇ। ਇਸ ਰੌਲਟ ਐਕਟ ਜਿਹੜਾ 1919 ਆਇਆ, ਇਹਦੇ ਤੋਂ ਬਾਅਦ ਜਲਿਆਂਵਾਲੇ ਬਾਗ ਵਾਲਾ ਵਾਕਿਆ ਹੋਇਆ। ਜਲਿਆਂਵਾਲੇ ਬਾਗ ਦੇ ਵਿੱਚ ਸਾਰੇ ਇਕੱਠੇ ਹੋਏ ਔਰ ਉਹਨਾਂ ਨੇ ਇਹਤਜਾਜ ਕੀਤਾ। ਅਤੇ ਜਿਹੜਾ ਉੱਥੇ ਜਨਰਲ ਡਾਇਰ ਸੀ, ਜਿਹੜਾ ਉੱਥੋਂ ਦਾ ਇੰਚਾਰਜ ਸੀ ਅੰਗਰੇਜ਼ ਦਾ, ਉਹਨੂੰ ਪੰਜਾਬ ਤੋਂ ਬੜਾ ਵੱਡਾ ਮਸਲਾ ਸੀ। ਉਹਦੀ ਵਜ੍ਹਾ ਇਹ ਸੀ ਕਿ ਉਹ ਇਹ ਸੋਚਦਾ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਹਿੰਦੂ, ਮੁਸਲਮਾਨ ਅਤੇ ਸਿੱਖ ਨੇ, ਉਹਨਾਂ ਦਾ ਜਿਹੜਾ ਇਤਿਹਾਦ ਸੀ ਨਾ, ਇੱਕ ਦੂਜੇ ਦੇ ਨਾਲ ਉਹਨਾਂ ਦਾ ਜਿਹੜਾ ਇਕੱਠ ਸੀ, ਉਹ ਹਿੰਦੁਸਤਾਨ, ਉਸ ਵੇਲੇ ਤਾਂ ਹਿੰਦੁਸਤਾਨ ਹੀ ਸੀ ਨਾ ਸਾਰਾ, ਲਾਹੌਰ ਵੀ ਅਤੇ ਦਿੱਲੀ ਵੀ ਅਤੇ ਹਰ ਸ਼ਹਿਰ ਹੀ, ਉਹ ਪੂਰੇ ਲਾਰਜਰ ਇੰਡੀਆ ਤੋਂ, ਹਿੰਦੁਸਤਾਨ ਤੇ ਉਦੋਂ ਨਾਂ ਨਹੀਂ ਸੀ ਹੈਗਾ, ਇੰਡੀਆ ਹੀ ਸੀ, ਉਹਦਾ ਪੂਰਾ ਵੱਡਾ ਇੰਡੀਆ ਸੀ। ਉਹਦੇ ਵਿੱਚ ਹੋਰ ਕਿਸੇ ਇਲਾਕੇ ਦੇ ਵਿੱਚ ਇੰਨਾ ਇਤਿਹਾਦ ਸਿੱਖਾਂ, ਮੁਸਲਮਾਨਾਂ ਦਾ ਅਤੇ ਹਿੰਦੂਆਂ ਦਾ ਨਹੀਂ ਸੀ ਜਿੰਨਾ ਪੰਜਾਬ 'ਚ ਸੀ। ਅਤੇ ਪੰਜਾਬ ਵਾਲੇ ਲੋਕਾਂ ਦੇ ਵਿੱਚ ਥੋੜ੍ਹੀ ਜਿਹੀ ਆਕੜ ਵੀ ਬਹੁਤੀ ਸੀ ਜਾਂ ਰਿਐਕਸ਼ਨ ਵੀ ਬਹੁਤਾ ਦਿੰਦੇ ਸਨ। ਇਸ ਵਜ੍ਹਾ ਤੋਂ ਜਨਰਲ ਡਾਇਰ ਨੂੰ ਇਹਨਾਂ 'ਤੇ ਬੜਾ ਵੱਟ ਸੀ। ਕਿਸ ਦਿਨ ਪੂਰੀ ਗੱਲ ਕਰਾਂਗੇ ਜਲਿਆਂਵਾਲੇ ਬਾਗ 'ਤੇ ਕਿਵੇਂ ਹੋਇਆ ਅਤੇ ਉਹਨੇ ਸਾਡੀ ਜਿਹੜੀ ਪੂਰੀ ਹਿਸਟਰੀ ਹੈ ਉਹਨੂੰ ਕਿਵੇਂ ਬਦਲ ਦਿੱਤਾ ਪੰਜਾਬ ਦੀ ਨੂੰ। ਬਹਰਹਾਲ ਅੱਜ ਤੇ ਪੁਲਿਸ 'ਤੇ ਗੱਲ ਕਰਨ ਡਏ। ਅਤੇ ਜਨਰਲ ਡਾਇਰ ਜਿਹੜਾ ਹੈ, ਉਹਨੇ ਜਲਿਆਂਵਾਲੇ ਬਾਗ ਜਦੋਂ ਲੋਕ ਇਕੱਠੇ ਹੋਏ ਅਤੇ ਉਹਨੇ ਉੱਥੇ ਫਾਇਰਿੰਗ ਕਰਵਾ ਦਿੱਤੀ ਅਤੇ ਆਖਿਆ ਜਿੱਥੇ ਬਹੁਤੇ ਲੋਕ ਨੇ ਉੱਥੇ ਫਾਇਰਿੰਗ ਕਰੋ। ਹਜ਼ਾਰਾਂ ਲੋਕ ਉੱਥੇ ਨੇ ਮਰਵਾ ਛੱਡੇ। ਔਰ ਉਸ ਤੋਂ ਬਾਅਦ ਜਨਰਲ ਡਾਇਰ ਨਾਲ ਕੀ ਹੋਇਆ, ਕਿਸੇ ਦਿਨ ਫਿਰ ਗੱਲ ਕਰਾਂਗੇ। ਅੱਜ ਮੈਂ ਸਿਰਫ ਤੁਹਾਨੂੰ ਦੱਸਣ ਲੱਗਾ ਵੀ ਉਹ ਜਿਹੜਾ ਰੌਲਟ ਐਕਟ ਸੀ, ਉਹ ਉਹਨੇ ਪੰਜਾਬ 'ਚ ਪਹਿਲਾਂ ਤਾਂ ਪੁਲਿਸ ਕੋਲੋਂ ਇਹ ਵਹਿਸ਼ਤ ਕਰਵਾਈ, ਦਹਿਸ਼ਤ ਕਰਵਾਈ ਕਿ ਉੱਥੇ ਬੰਦੇ ਮਰਵਾਏ। ਫਿਰ ਉਸ ਜਿਹੜਾ ਜਲਿਆਂਵਾਲੇ ਬਾਗ ਦਾ ਵਾਕਿਆ ਹੋਇਆ, ਉਹਦੇ ਰਿਐਕਸ਼ਨ ਦੇ ਵਿੱਚ ਜਾਂ ਉਹਦੇ ਗੁੱਸੇ ਦੇ ਵਿੱਚ ਗੁਜਰਾਂਵਾਲੇ 'ਚ ਲੋਕ ਇਕੱਠੇ ਹੋਏ, ਜਿਹਨੂੰ ਅਸੀਂ ਪੰਜਾਬੀ 'ਚ ਗੁਜਰਾਂਵਾਲਾ ਆਖਦੀ ਦਾ। ਉਹ ਜਿਹੜੇ ਗੁਜਰਾਂਵਾਲੇ 'ਚ ਲੋਕ ਇਕੱਠੇ ਹੋਏ, ਉੱਥੇ ਪ੍ਰੋਟੈਸਟ ਹੋਇਆ, ਲੋਕ ਇਕੱਠੇ ਹੋਏ, ਜਲਸਾ ਜਲੂਸ, ਉੱਥੇ ਵੀ ਗੋਲੀ ਚਲਵਾ ਦਿੱਤੀ ਪੁਲਿਸ ਨੇ। ਉੱਥੇ ਵੀ ਢੇਰ ਸਾਰੇ ਬੰਦੇ, ਸੈਂਕੜਿਆਂ 'ਚ ਬੰਦੇ ਮਰਵਾ ਦਿੱਤੇ ਉੱਥੇ, ਸੈਂਕੜਿਆਂ 'ਚ, ਕੋਈ 10 20 50 ਨਹੀਂ, ਸੈਂਕੜਿਆਂ 'ਚ ਮਰਵਾ ਦਿੱਤੇ ਉੱਥੇ ਵੀ ਬੰਦੇ। ਉਦੋਂ ਦਾ ਇਸ ਪੁਲਿਸ ਦਾ ਹੱਥ ਖੁੱਲ੍ਹਿਆ ਕਿਉਂਕਿ ਅੰਗਰੇਜ਼ ਬਹਾਦਰ ਅਸੀਂ ਗੁਲਾਮ ਸਾਂ ਅਤੇ ਉਹ ਪੁਲਿਸ ਦੇ ਥਰੂ, ਪੁਲਿਸ ਦੇ ਥਰੂ ਇਹ ਸਾਰੇ ਕਾਲੇ ਕਾਨੂੰਨ ਬਣਾਏ ਸਨ ਅਤੇ ਪੁਲਿਸ ਦੇ ਥਰੂ ਸਾਨੂੰ ਕੰਟਰੋਲ ਕਰਦਾ ਸੀ। ਜੋ ਉਹਦਾ ਦਿਲ ਕਰਦਾ ਸੀ ਉਹ ਕਰਨ ਦੀ ਕੋਸ਼ਿਸ਼ ਕਰਦਾ ਸੀ।
ਮਤਲਬ ਇੱਥੋਂ ਤੱਕ ਉਹਨੇ ਕੰਮ ਕੀਤਾ ਕਿ ਇਹ ਬੰਦੇ ਇੱਥੋਂ ਦੇ ਕਿਤੇ ਸਾਹ ਨਾ ਪੁੱਟ ਲੈਣ, ਪੁਲਿਸ ਦਾ ਖੌਫ ਇਹਨਾਂ ਦੇ ਉੱਤੇ ਇੰਨਾ ਪਾ ਦਿਓ ਵੀ ਇਹ ਡਰੇ ਰਹਿਣ ਤੇ ਸਾਡੀ ਹਕੂਮਤ ਇੱਥੇ ਚੱਲਦੀ ਰਹੇ। ਫਿਰ 1947 ਹੋ ਗਿਆ, ਪਾਕਿਸਤਾਨ ਬਣ ਗਿਆ। ਲੇਕਿਨ ਜਿਹੜੇ ਸਾਹਿਬ ਬਹਾਦਰ ਸਨ, ਨਾ ਚੌਧਰੀ ਨਿਜ਼ਾਮਦੀਨ ਵਾਲੇ ਪਾਸੇ, ਉਧਰ ਵਾਲੇ ਅਫਸਰਾਂ ਨੇ ਵੀ ਆਪਣੇ ਆਪ ਨੂੰ ਖੱਲ 'ਚ ਬਦਲ ਗਈ, ਪਰ ਉਹਨਾਂ ਗੋਰਾ ਸਾਹਿਬ ਹੀ ਸਮਝਿਆ ਤੇ ਉਹੀ ਉਹਨਾਂ ਨੇ ਤਰੀਕਾ ਰੱਖਿਆ ਤੇ ਉਹੀ ਉਹਨਾਂ ਨੇ ਤਰੀਕਾ ਵਾਰਦਾਤ ਰੱਖਿਆ ਤੇ ਆਮ ਆਵਾਮ ਜਿਹਨੂੰ ਸਿਵਿਲੀਅਨ ਆਖਦੇ ਆ ਉਹਨਾਂ ਨੂੰ ਆਪਣੇ ਤੋਂ ਥੱਲੇ ਹੀ ਸਮਝਿਆ, ਜਿਵੇਂ ਗੋਰਾ ਸਾਹਿਬ ਸਮਝਦੇ ਸਨ। ਤੇ ਪੁਲਿਸ ਵਾਲਿਆਂ ਨੇ ਵੀ ਇਹੀ ਕੀਤਾ ਕਿਉਂਕਿ ਇਹਨਾਂ ਦੇ ਅਫਸਰ ਵੀ ਗੋਰਾ ਸਾਹਿਬ ਹੀ ਸਨ। ਇੱਥੋਂ ਦੇ ਜਿਹੜੇ ਅਫਸਰ ਬਿਊਰੋਕ੍ਰੇਸੀ ਬਣੀ, ਡੀਸੀ ਬਣੇ, ਏਸੀ ਬਣੇ, ਕਿਉਂਕਿ ਉਦੋਂ ਗੋਰਾ ਸਾਹਿਬ ਡੀਸੀ ਹੁੰਦੇ ਸਨ ਬਹੁਤੇ, ਔਰ ਡੀਸੀ ਥੋੜ੍ਹੇ ਹੁੰਦੇ ਸਨ, ਐਵੇਂ ਥਾਂ ਥਾਂ 'ਤੇ ਮਤਲਬ ਜ਼ਿਲ੍ਹੇ ਇੰਜ 'ਤੇ ਨਹੀਂ ਸੀ ਬਣੇ ਹੋਏ। ਤੇ ਜਿਹੜੇ ਉਹ ਗੋਰਾ ਸਾਹਿਬ ਦੇ ਡੀਸੀ ਹੁੰਦੇ ਸਨ, ਜਾਂ ਉਹਨਾਂ ਨੇ ਫਿਰ ਗੋਰਾ ਸਾਹਿਬ ਤਰ੍ਹਾਂ ਦੇ ਦੇਸੀਆਂ ਨੂੰ ਡੀਸੀ ਜਿਹੜਾ ਬਣਾਇਆ ਸੀ, ਜਿਵੇਂ ਅੱਜ ਬਿਲਾਵਲ ਸਾਹਿਬ ਨੇ ਜਿਹੜੀ ਚੰਗੀ ਉਰਦੂ ਵੀ ਨਹੀਂ ਬੋਲ ਸਕਦੇ, ਉਹ ਜਿਹੜੇ ਇੰਜ ਦੇ ਸਨ ਉਹਨਾਂ ਨੂੰ ਸਾਡੇ ਲੋਕਾਂ 'ਚੋਂ ਬੋ ਵੀ ਆਉਂਦੀ ਸੀ, ਭੈੜੇ ਵੀ ਲੱਗਦੇ ਸੀ, ਮਾੜੇ ਵੀ ਲੱਗਦੇ ਸੀ, ਗੁਲਾਮ ਵੀ ਲੱਗਦੇ ਸਨ, ਉਹ ਵੀ ਤੁੰਨ ਕੇ ਹੀ ਰੱਖਦੇ ਸਨ ਸਾਨੂੰ। ਮੁਲਕ ਬਦਲ ਗਿਆ, ਅਸੀਂ ਕਾਗਜ਼ਾਂ 'ਚ ਆਜ਼ਾਦ ਹੋ ਗਏ, ਪਰ ਅਸੀਂ ਕਾਲੇ ਆਪਣਾ ਗੋਰੇ ਚਲੇ ਗਏ ਤੇ ਅਸੀਂ ਸਾਵਿਆਂ ਦੇ ਗੁਲਾਮ ਹੋ ਗਏ। ਇਹ ਜਿਹੜੀ ਸਾਡੇ ਰੰਗ ਨੇ ਜਿਹੜੇ, ਅਸੀਂ ਇਹਨਾਂ ਦੇ ਗੁਲਾਮ ਹੋ ਗਏ। ਇਹਨਾਂ ਨੇ ਵੀ ਉਹੀ ਸਾਹਿਬ ਬਹਾਦਰ ਵਾਲਾ ਕੰਮ ਸ਼ੁਰੂ ਕੀਤਾ। ਇਹਨਾਂ ਵੀ ਆਖਿਆ ਵੀ ਲਾਠੀ ਤੇ ਤੇਲ ਪਾ ਕੇ ਰੱਖੋ ਤੇ ਇਹਨਾਂ ਨੂੰ ਤੋਨਾ ਚਾੜ ਕੇ ਰੱਖੋ, ਉਸ ਤੋਂ ਬਗੈਰ ਇਸ ਆਵਾਮ ਨੂੰ ਜੀਣ ਨਹੀਂ ਦੇਣਾ। ਇਹਨਾਂ ਅੰਗਰੇਜ਼ ਬਹਾਦਰ ਵਾਲਾ ਕੰਮ ਹੀ ਰੱਖਿਆ। ਇਹਨਾਂ ਇਹ ਨਹੀਂ ਸੋਚਿਆ ਵੀ ਹੁਣ ਆਜ਼ਾਦੀ ਲੱਭ ਗਈ ਤੇ ਸਾਡੇ ਭੈਣ ਭਰਾ ਨੇ, ਇਹਨਾਂ ਨੂੰ ਉਂਝ ਟਰੀਟ ਕਰੀਏ ਜਿਵੇਂ ਬ੍ਰਿਟਿਸ਼ ਸਾਹਿਬ ਬਹਾਦਰ ਜਿਹੜਾ ਹੈ ਅੰਗਰੇਜ਼ ਵਲੈਤ 'ਚ ਆਪਣੇ ਲੋਕਾਂ ਨੂੰ ਉਹਨਾਂ ਦੀ ਪੁਲਿਸ ਟਰੀਟ ਕਰਦੀ। ਉੱਥੇ ਉਹ ਇਹ ਕੰਮ ਨਹੀਂ ਸੀ ਕਰਦੇ, ਇੱਥੇ ਕਰਦੇ ਸਨ ਕਿਉਂਕਿ ਅਸੀਂ ਗੁਲਾਮ ਸਾਂ। ਇਹਨਾਂ ਦੇ ਅਫਸਰਾਂ ਨੇ ਉੱਥੋਂ ਕੰਮ ਸ਼ੁਰੂ ਕੀਤਾ ਤਾਂ ਉਹ ਕੰਮ ਚੱਲਦਾ ਗਿਆ। ਇਹ ਚੱਲਦਾ ਕੰਮ, ਇਹ ਕਿਸੇ ਵੀ ਇਹਦੇ 'ਚ ਕੋਈ ਘੱਟ ਨਹੀਂ ਕੀਤੀ। ਹਰ ਬੰਦੇ ਨੇ ਇਹਨੂੰ ਇਸਤੇਮਾਲ ਕੀਤਾ। ਭੁੱਟੋ ਸਾਹਿਬ ਨੇ ਵੀ ਇਸਤੇਮਾਲ ਕੀਤਾ ਪੁਲਿਸ ਨੂੰ, ਹਰ ਬੰਦੇ ਨੇ ਇਸਤੇਮਾਲ। ਜਿਹੜੇ ਸਾਡੇ ਫੌਜੀ ਹੁਕਮਰਾਨ ਸਨ ਉਹ ਤਾਂ ਕਰਦੇ ਹੀ ਕਰਦੇ ਸਨ, ਜਿਹੜੇ ਸਿਵਿਲੀਅਨ ਆਉਂਦੇ ਸਨ ਉਹਨਾਂ ਨੇ ਵੀ ਕੀਤਾ। ਫਿਰ 1980 ਦੇ ਵਿੱਚ ਨਵਾਜ਼ ਸ਼ਰੀਫ ਸਾਹਿਬ ਆ ਗਏ ਮੈਦਾਨ ਦੇ ਵਿੱਚ। 1991-92 'ਚ ਇੱਕ ਉੱਥੋਂ ਉਸ ਵੇਲੇ ਦੇ ਆਈਜੀ ਨੇ ਰਿਪੋਰਟ, ਪੰਜਾਬ ਪੁਲਿਸ ਦੇ ਆਈਜੀ ਨੇ ਇੱਕ ਰਿਪੋਰਟ ਲਾਹੌਰ ਹਾਈ ਕੋਰਟ 'ਚ ਦਾਖਲ ਕੀਤੀ ਸੀ, ਜਿਹਦੇ 'ਚ ਉਹਨਾਂ ਦੱਸਿਆ ਸੀ ਕਿ ਕੋਈ 1500 ਦੇ ਗਾਲਬਨ ਕਰੀਬ ਜਿਹੜੇ ਜਰਾਇਮ ਪੇਸ਼ਾ ਲੋਕ ਸਨ ਉਹਨਾਂ ਨੂੰ ਨੂਨ ਲੀਗ ਨੇ ਪੁਲਿਸ 'ਚ ਭਰਤੀ ਕਰਾਇਆ ਸੀ, ਆਪਣੇ ਵਰਕਰ ਬਣਾ ਕੇ, ਤਾਂ ਕਿ ਉਹਨਾਂ ਨੂੰ ਇਸਤੇਮਾਲ ਕਰਕੇ ਲੋਕਾਂ ਨੂੰ ਹੋਰ ਦੱਬਣ। ਇਹ ਨਵਾਜ਼ ਸ਼ਰੀਫ ਸਾਹਿਬ ਜਿਸ ਵੇਲੇ ਆਏ ਤੇ ਉਹਨਾਂ ਆਖਿਆ ਵੀ ਇਹ ਤਾਂ ਕੰਮ ਬੜਾ ਸੌਖਾ ਹੈ। ਪਹਿਲਾਂ ਤਾਂ ਜ਼ਿਮੀਂਦਾਰ ਕਰਦੇ ਸਨ ਵੱਡੇ ਵੱਡੇ ਪੁਲਿਸ ਨੂੰ ਇਸਤੇਮਾਲ, ਹੁਣ ਇਹ ਸਾਹੂਕਾਰ ਆਏ ਨਾ ਕਿ ਇਹਦੇ ਪੁਲਿਸ ਨਾਲ ਦੱਬੋ। ਪੁਲਿਸ ਦੇ ਡਰ ਤੋਂ ਇਹਨਾਂ ਨੇ ਪੁਲਿਸ ਨੂੰ ਇਸ ਤਰ੍ਹਾਂ ਇਸਤੇਮਾਲ ਕੀਤਾ, ਕਦੀ ਆਬਦ ਬਾਕਸਰ ਤੇ ਕਦੀ ਉਹ ਨਵੀਦ ਸੀ ਇੱਕ, ਤੇ ਕਦੀ ਕੋਈ ਦੂਜਾ, ਉਹਨਾਂ ਦੇ ਥਰੂ ਇਨਕਾਊਂਟਰ ਕਰਾਏ, ਬੇਗਨਾਮਾਂ ਨੂੰ ਕਤਲ ਕਰਵਾਇਆ। ਪੁਲਿਸ ਦੇ ਜਾਲੀ ਮੁਕਾਬਲੇ, ਜਿਹੜਾ ਮੁਖਾਲਫ ਹੈ ਜਾਲੀ ਮੁਕਾਬਲੇ 'ਚ ਮਰਵਾ ਦਿਓ। ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਇੱਕ ਆਪਣੀ ਦਹਿਸ਼ਤ ਬਣਾ ਲਈ। ਔਰ ਜਿਹੜੇ ਕੰਨ ਟੁੱਟੇ ਸਨ ਉਹਨਾਂ ਵੇਖਿਆ ਵੀ ਇਹ ਸ਼ਹਿਬਾਜ਼ ਸ਼ਰੀਫ ਦੇ ਥੱਲੇ ਤੇ ਪੁਲਿਸ ਹੈ, ਉਹਨਾਂ ਵੀ ਜਾ ਕੇ ਨੂਨ ਲੀਗ 'ਚ ਪਨਾਹ ਲਈ। ਤੁਹਾਨੂੰ ਜਿਹੜੇ ਮਹੱਲੇ 'ਚ ਜਿੱਥੇ ਕੋਈ ਕੰਨ ਟੁੱਟਾ ਲੱਭੇਗਾ ਉਹ ਨੂਨ ਲੀਗ ਦੇ ਵਿੱਚ ਬਹੁਤੇ ਹੋਣਗੇ। ਉਹਦੀ ਵਜ੍ਹਾ ਹੈ ਕਿ ਨੂਨ ਲੀਗ ਵਾਲੇ ਪੁਲਿਸ ਨੂੰ ਇਸਤੇਮਾਲ ਵੀ ਵਧੇਰ ਕਰਦੇ ਨੇ ਤੇ ਆਪਣੇ ਕੰਨ ਟੁੱਟਿਆਂ ਦੇ ਕੰਮ ਵੀ ਬਹੁਤ ਕਰਦੇ ਨੇ। ਤੇ ਤਮਾਮ ਟਾਊਟ ਤੇ ਕੰਨ ਟੁੱਟੇ ਨਵਾਜ਼ ਸ਼ਰੀਫ ਸਾਹਿਬ ਵੱਲ ਹੋ ਗਏ ਤੇ ਉਹਨਾਂ ਅਫਸਰਾਂ ਨੂੰ ਹੋਰ ਨਵਾਜ਼ਣਾ ਸ਼ੁਰੂ ਕਰ ਦਿੱਤਾ। ਤੁਸੀਂ ਇੱਕ ਸਖੇਰਾ ਸਾਹਿਬ ਸੁਣੇ ਹੋਣਗੇ, ਜਿਹੜੇ ਉਹਨਾਂ ਜ਼ੁਲਮ ਕੀਤੇ ਸਨ ਆਪਣੇ ਟਾਈਮ 'ਚ, ਉਹਨਾਂ ਨੂੰ ਆਈਜੀ ਸਾਹਿਬ ਨੂੰ ਫਿਰ ਸੈਨੇਟਰ ਵੀ ਬਣਾਇਆ। ਤੇ ਹੋਰ ਵੀ ਇਹਨਾਂ ਨੇ ਹਮੇਸ਼ਾ ਪੁਲਿਸ ਦੇ ਉੱਤੇ ਸ਼ਫਕਤ ਦਾ ਹੱਥ ਰੱਖਿਆ। ਕੁਝ ਨੂੰ ਤੇ ਆਬਦ ਬਾਕਸਰ ਤਰ੍ਹਾਂ ਇਸਤੇਮਾਲ ਕੀਤਾ ਤੇ ਕੁਝ ਨੂੰ ਬਾਅਦ ਦੇ ਵਿੱਚ ਨਵਾਜ਼ਿਆ ਵੀ। ਲੇਕਿਨ ਪੁਲਿਸ ਦਾ ਤੇ ਨੂਨ ਲੀਗ ਦਾ ਚੋਲੀ ਦਾਮਨ ਦਾ ਸਾਥ ਹੈ। ਪੁਲਿਸ ਨੂੰ ਇਸਤੇਮਾਲ, ਪੁਲਿਸ ਨੂੰ ਔਰ ਪਟਵਾਰੀਆਂ ਨੂੰ ਇਹਨਾਂ ਨੇ ਖੂਬ ਇਸਤੇਮਾਲ ਕੀਤਾ। ਉਸ ਤੋਂ ਬਾਅਦ ਅਗਲੀਆਂ ਹਕੂਮਤਾਂ ਜਿਨ੍ਹਾਂ ਨੇ, ਜਦੋਂ ਸ਼ਹਿਬਾਜ਼ ਸ਼ਰੀਫ ਆ ਗਿਆ ਤੇ ਇਹਨਾਂ ਬਿਊਰੋਕ੍ਰੇਸੀ ਦੇ ਜਿਹੜੇ ਡੀਸੀ ਏਸੀ ਸਨ ਉਹਨਾਂ ਨੂੰ ਵੀ, ਤੇ ਹੋਰ ਜਿਹੜੇ ਡੀਐਮਜੀ ਦੇ ਅਫਸਰ ਸਨ ਉਹਨਾਂ ਨਾਲ ਵੀ ਇਹੀ ਕੰਮ ਰਲ ਕੇ ਕੀਤਾ। ਤੇ ਹੁਣ ਅੱਜ ਅਸੀਂ ਇੱਥੇ ਅੱਪੜ ਗਏ ਹਾਂ ਜਿੱਥੇ ਪੁਲਿਸ ਨੂੰ ਜਿਸ ਵੇਲੇ ਉਹਨਾਂ ਨੂੰ ਦਿਲੋਂ ਪਤਾ ਹੁੰਦਾ, ਜਦੋਂ ਉਹ ਵਹਿਸ਼ਤ ਹਵਾਨੀਅਤ ਉਹਨਾਂ 'ਤੇ ਤਾਰੀ ਨਹੀਂ ਹੁੰਦੀ, ਵੈਸੇ ਕਿਤੇ ਖੋਖੇ 'ਤੇ ਬੈਠੇ ਚਾਹ ਪੀਣ ਡਏ ਹੁੰਦੇ ਨੇ, ਜਾਂ ਕਿਸੇ ਮਿਨਿਸਟਰ ਕੋਲੋਂ ਝਾੜ ਖਾਂਦੇ ਨੇ, ਕਿਸੇ ਡੀਸੀ ਕੋਲੋਂ ਗਾਲ ਖਾਂਦੇ ਨੇ, ਕਿਸੇ ਪੁਲਿਸ ਵਾਲੇ ਕੋਲੋਂ ਗਾਲ ਖਾਂਦੇ ਨੇ, ਤੇ ਉਸ ਵੇਲੇ ਆਪਣੇ ਗਿਰੇਬਾਨ 'ਚ ਪਾਟੀ ਹੋਈ ਬਨਿਆਨ ਨੂੰ ਵੇਖ ਕੇ ਆਉਂਦੇ ਨੇ ਵੀ ਇਹ ਮੇਰੇ ਤੋਂ ਤਗੜਾ ਹੈ ਇਸ ਲਈ ਮੇਰੇ ਨਾਲ ਇੰਜ ਕਰ ਰਿਹਾ। ਉਹੀ ਪੁਲਿਸ ਵਾਲਾ, ਉਹੀ ਹਵਾਲਦਾਰ, ਉਹੀ ਜਿਹੜਾ ਕਾਂਸਟੇਬਲ ਹੈ, ਉਹ ਆਪਣੀ ਪਾਰਟੀ ਬਨੈਣ ਤੇ ਜਾਂ ਆਪਣੀ ਪਾਰਟੀ ਹੋਈ ਕਿਸਮਤ ਨੂੰ, ਮੈਂ ਕੋਈ ਹਕਾਰਤ ਨਾਲ ਇਹ ਗੱਲ ਨਹੀਂ ਕਹਿ ਰਿਹਾ, ਮੈਂ ਸਮਝਾਉਣ ਵਾਸਤੇ ਸਿਰਫ ਗੱਲ ਕਹਿਣ ਡਿਆ, ਆਪਣੀ ਗੁਰਬਤ ਨੂੰ ਜਿਸ ਵੇਲੇ ਉਹਨੂੰ ਏਐਸਪੀ ਐਸਪੀ ਗਾਲ ਕੱਢਦਾ ਹੈ ਜਾਂ ਗਾਲ ਨਹੀਂ ਵੀ ਕੱਢਦਾ, ਭੈੜੇ ਤਰੀਕੇ ਨਾਲ ਬਿਜ਼ਤ ਕਰਦਾ ਹੈ, ਜਾਂ ਕੋਈ, ਤੁਹਾਨੂੰ ਤਾਂ ਪਤਾ ਹੀ ਹੈ ਕਿ ਨੂਨ ਲੀਗ ਵਾਲੇ ਕਿੰਜ ਜਾ ਕੇ ਪੁਲਿਸ ਵਾਲੇ ਈਵਨ ਐਸਪੀਆਂ ਤੱਕ ਨੂੰ ਗਾਲਾਂ ਕੱਢਦੇ ਨੇ। ਚੇਤੇ ਕਰੋ ਜਿਸ ਵੇਲੇ ਜ਼ਰਾ ਜਿਹਾ ਹੱਥ ਲੱਗ ਗਿਆ ਸੀ ਤੁਰੇ ਜਾਂਦੇ ਹਾਂ, ਇੱਕ ਐਸਐਸਪੀ ਸੀ ਮੇਰਾ ਖਿਆਲ, ਉਹਦਾ ਜਦੋਂ ਹਮਜ਼ਾ ਸ਼ਹਿਬਾਜ਼ ਅਦਾਲਤੇ ਆਇਆ ਸੀ, ਨਾ ਗਿਰੇਬਾਨ ਫੜਿਆ ਸੀ ਨਾ ਧੱਕਾ ਮਾਰਿਆ ਸੀ, ਪਿੱਛੋਂ ਸਿਰਫ ਮੇਰਾ ਖਿਆਲ ਹੱਥ ਲੱਗ ਗਿਆ ਜਾਂ ਬਾਂਹ ਲੱਗ ਗਈ ਸੀ, ਤੇ ਹਮਜ਼ਾ ਸ਼ਹਿਬਾਜ਼ ਨੇ ਤਕਰੀਬਨ ਉਹਦੇ ਨੱਕ ਚੁੰਗਲ ਪਾਤੀ ਸੀ ਵਾਪਸ ਮੁੜ ਕੇ, ਤੇ ਉਹ ਮਾਫੀਆਂ ਮੰਗਣ ਡਏ ਸਨ ਐਸਪੀ ਸਾਹਿਬ।
ਜਿਸ ਵੇਲੇ ਤਗੜਾ ਬੰਦਾ ਕੁੱਤਿਆਂ ਵਾਲ ਸਲੂਕ ਕਰਦਾ ਹੈ, ਮਾਜ਼ਰਤ ਦੇ ਨਾਲ ਇਹ ਲਫ਼ਜ਼ ਮੈਨੂੰ ਬੋਲਣਾ ਪੈ ਰਿਹਾ ਹੈ, ਤੇ ਉਸ ਵੇਲੇ ਇਹ ਰੱਬ ਨੂੰ ਵੇਖਦੇ ਨੇ ਤੇ ਆਂਦੇ ਨੇ ਵੇਖੋ ਕਿੱਡਾ ਤਗੜਾ, ਇਹਨੂੰ ਕਿੰਨਾ ਇਹਦੇ 'ਚ ਹੰਕਾਰ ਹੈ, ਕਿੰਨਾ ਇਹਦੇ ਵਿੱਚ ਗੁਰੂਰ ਹੈ, ਤੇ ਸਾਡੇ ਨਾਲ ਕੀ ਕਰਨ ਡਿਆ। ਤੇ ਜਿਸ ਵੇਲੇ ਮੌਕਾ ਮਿਲਦਾ ਆਪ ਗਰੀਬ ਨਾਲ ਉਸ ਤੋਂ ਵੀ ਭੈੜਾ ਸਲੂਕ ਕਰਦੇ ਨੇ। ਇਹ ਮੈਂ ਤੁਹਾਨੂੰ ਸਾਰੀ ਹਿਸਟਰੀ ਇਸ ਤੋਂ ਦੱਸੀ ਹੈ ਵੀ ਇੱਕ ਦਿਨ ਇਹ ਜਾਨਵਰ ਨਹੀਂ ਬਣਿਆ। ਇਹ ਜਾਨਵਰ ਸਾਡੇ ਉੱਤੇ ਅੰਗਰੇਜ਼ ਸਰਕਾਰ ਨੇ ਬਣਾਇਆ ਸੀ ਤੇ ਉਹ ਚਲੇ ਗਏ, ਤੇ ਉਸ ਤੋਂ ਬਾਅਦ ਉਹਨਾਂ ਦੇ ਜਾਣ ਤੋਂ ਬਾਅਦ ਇਹ ਜਿਹੜੇ ਬਦਰੰਗੇ ਗੋਰੇ ਆਏ ਨੇ ਬਾਅਦ ਦੇ ਵਿੱਚ, ਜਿਹੜੇ ਸਾਵੇ ਗੋਰੇ ਸਾਨੂੰ ਲੱਭੇ ਨੇ, ਇਹ ਜਿਹੜੇ ਇਹਨਾਂ ਨੇ ਉਹੀ ਕੰਮ ਜਾਰੀ ਰੱਖਿਆ। ਇਹ ਜਿਹੜੇ ਸਲੈਰੀ ਰੰਗ ਦੇ ਜਿਹੜੇ ਗੋਰੇ ਸਾਨੂੰ ਬਾਅਦ 'ਚ ਲੱਭੇ ਨੇ ਨਾ, ਇਹਨਾਂ ਸਾਰਿਆਂ ਨੇ ਆਖਿਆ ਵੀ ਹੁਣ ਅਸੀਂ ਜਿਹੜਾ ਨਾ ਇਹਨਾਂ ਦੇ ਉੱਤੇ ਜ਼ੁਲਮ ਉਹੀ ਜਾਰੀ ਰੱਖਣਾ। ਮੇਰਾ ਸਿਰਫ ਇੱਕ ਅੱਜ ਤੁਹਾਨੂੰ ਪੈਗਾਮ ਹੈ ਕਿ ਜੇ ਤੇ ਇਮਰਾਨ ਖਾਨ ਦੀ ਹਕੂਮਤ ਦੋਹਰੇ ਰੱਬ ਨੇ ਦਿੱਤੀ ਜਿਹੜੀ ਕਿ ਦੇਵੇਗਾ, ਇਸ ਚੀਜ਼ ਨੂੰ ਕੋਸ਼ਿਸ਼ ਜ਼ਰੂਰ ਕਰਾਂਗੇ ਬਦਲਣ ਦੀ। ਤੁਸੀਂ ਵੇਖਿਆ ਹੋਏਗਾ ਕਿ ਇਹ ਕਲਚਰ ਉਂਝ KPK ਦੇ ਵਿੱਚ ਨਹੀਂ ਹੈਗਾ, ਇਹ ਸਿੰਧ ਪੁਲਿਸ 'ਚ ਹੈਗਾ ਤੇ ਪੰਜਾਬ ਪੁਲਿਸ 'ਚ ਹੈਗਾ। ਇਹ ਬਲੋਚਿਸਤਾਨ ਤੇ KPK ਦੀ ਪੁਲਿਸ 'ਚ ਕਲਚਰ ਨਹੀਂ ਹੈਗਾ। ਕਿਸੇ ਦਿਨ ਫਿਰ ਲੰਮੀ ਗੱਲ ਕਰਾਂਗੇ ਇਹਦੇ ਉੱਤੇ, ਲੇਕਿਨ ਅੱਜ ਮੈਂ ਸਿਰਫ ਇਹੀ ਗੱਲ ਕਰਨੀ, ਮੈਂ ਮੁਖਾਤਬ ਕਰਨਾ, ਇੱਕ ਵਾਰੀ ਪਹਿਲਾਂ ਵੀ ਕੀਤਾ ਸੀ, ਮੈਂ ਦੋਹਰੇ ਮੁਖਾਤਬ ਕਰਾਂਗਾ ਪੁਲਿਸ ਵਾਲਿਆਂ ਨੂੰ ਕਿ ਉਹ ਭੈੜੇ ਹੋ। ਆਰਡਰ ਤੇ ਕਈ ਵਾਰੀ ਚੰਗੇ ਮਾੜੇ ਤੁਸੀਂ ਪੂਰੇ ਕਰਨੇ ਹੁੰਦੇ ਨੇ, ਪਰ ਆਰਡਰ ਪੂਰੇ ਕਰਦੇ ਹੀ ਕੋਈ ਆਪਣੀ ਮਾਂ ਨੂੰ ਚੇਤੇ ਕਰ ਲਿਆ ਕਰੋ, ਉਹਦੇ ਪਿਆਏ ਹੋਏ ਦੁੱਧ ਨੂੰ ਚੇਤੇ ਕਰਿਆ ਕਰੋ, ਉਹਦੀਆਂ ਕੋਈ ਸੀਸਾਂ ਨੂੰ ਚੇਤੇ ਕਰਿਆ ਕਰੋ ਬੇਸ਼ਰਮੋ। ਤੇ ਦੂਜੇ ਦੀ ਮਾਂ ਭੈਣ ਦੇ ਉੱਤੇ ਹੱਥ ਪਾਉਣ ਤੋਂ ਪਹਿਲਾਂ ਸੋਚਿਆ ਕਰੋ ਵੀ ਇਹ 35, 40, 50 ਹਜ਼ਾਰ ਦੀ ਜਿਹੜੀ ਤਨਖਾਹ ਹੈ ਇਹ ਕਬਰ 'ਚ ਨਹੀਂ ਨਾਲ ਲੈ ਜਾਣੀ। ਲੇਕਿਨ ਦੂਜੇ ਦੀ ਮਾਂ ਭੈਣ ਦਾ ਇਹਤਰਾਮ ਤੁਹਾਨੂੰ ਤੁਹਾਡੀ ਮਾਂ ਭੈਣ ਨੇ ਸਿਖਾਇਆ ਸੀ, ਤੇ ਉੱਥੇ ਉਹਨੂੰ ਇਨਕਾਰ ਕਰ ਦਿਓ। ਤੁਸੀਂ ਕਿਹੜਾ ਇੱਥੇ ਕੋਈ ICI ਕੰਪਨੀ ਦੇ ਜਨਰਲ ਮੈਨੇਜਰ ਲੱਗੇ ਹੋ ਵੀ ਜੇ ਮੇਰਾ ਮਤਲਬ ਤੁਹਾਡੀ ਨੌਕਰੀ ਉੱਤਰ ਗਈ ਤੇ ਪਤਾ ਨਹੀਂ ਕੀ ਹੋ ਜਾਣਾ। ਇਹ ਜਿੰਨੇ ਪੈਸੇ ਇਹ ਦਿੰਦੇ ਨੇ, ਉੱਥੇ ਜਾ ਕੇ ਇੱਜ਼ਤ ਦੇ ਨਾਲ ਕਿਤੇ ਫਰੂਟ ਦੀ ਰੇਹੜੀ ਲਾਓਗੇ, ਉੱਥੋਂ ਵੀ ਇੰਨੇ ਪੈਸੇ ਲੱਭ ਜਾਣਗੇ। ਤੇ ਇਹ ਤੁਸੀਂ ਹੁਣ ਆਖੋਗੇ ਕਿ ਜੀ ਉਹ ਕੀ ਗੱਲਾਂ ਕਰਦੇ ਨੇ ਗਿੱਲ ਸਾਹਿਬ, ਇਹ ਕਿਹੜੀਆਂ ਗੱਲਾਂ ਕਰਦੇ ਨੇ? ਉਹ ਬਈ ਇਹੀ ਗੱਲਾਂ ਹੁੰਦੀਆਂ ਨੇ। ਇੱਥੇ ਅਮਰੀਕਾ 'ਚ ਵੇਖਦੇ ਹੋ ਕਿਸੇ ਨੂੰ ਆਖੋ ਨਾ ਗੈਰ ਕਾਨੂੰਨੀ ਕੰਮ ਕਰ, ਇੱਥੇ ਵੀ ਗੁਰਬਤ ਹੈਗੀ, ਐਸੀ ਗੱਲ ਨਹੀਂ ਕਿ ਨਹੀਂ ਹੈਗੀ। ਇੱਥੇ ਵੀ ਨੌਕਰੀ ਚਲੇ ਜਾਏ ਤਾਂ ਲੋਕ ਘਰੋਂ ਬੇਘਰ ਹੋ ਜਾਂਦੇ ਨੇ। ਇੱਥੇ ਤਾਂ ਬਲਕਿ ਔਖਾ ਕੰਮ ਹੈ, ਉੱਥੇ ਤਾਂ ਰਿਸ਼ਤੇਦਾਰ ਜਾਂ ਕੋਈ ਭੈਣ ਭਰਾ, ਇੱਥੇ ਤਾਂ ਉਹ ਚੱਕਰ ਵੀ ਲੋਕਾਂ ਦੇ ਉਂਝ ਨਹੀਂ ਹੁੰਦੇ। ਪਰ ਇੱਥੇ ਬੜੀਆਂ ਬੜੀਆਂ ਨੌਕਰੀਆਂ ਤੋਂ ਲੋਕੀ ਆਉਂਦੇ ਨੇ, ਅੱਲਾ ਹਾਫਿਜ਼ ਜੀ, ਨਹੀਂ ਕਰਨੀ ਅਸੀਂ। ਔਰ ਇਹ ਹੀ ਸਾਨੂੰ ਕਾਇਦੇ ਆਜ਼ਮ ਦਾ ਵੀ ਇਹੀ ਦੱਸਣ ਸੀ, ਸਾਡੇ ਮਜ਼ਹਬ ਦਾ ਵੀ ਇਹੀ ਦੱਸਣ ਸੀ, ਹਰ ਸਿਆਣੇ ਬੰਦੇ ਦਾ ਇਹੀ ਦੱਸਣ ਸੀ। ਬੁੱਲੇ ਸ਼ਾਹ ਦੀ ਸ਼ਾਇਰੀ ਪੜ੍ਹੋ ਤੇ ਵਾਰਿਸ ਸ਼ਾਹ ਦੀ ਪੜ੍ਹੋ, ਇਹੀ ਗੱਲਾਂ ਨੇ। ਪਰ ਅਸੀਂ ਟੁੱਕਦੀਆਂ ਦੋ ਬੁਰਕੀਆਂ ਦੇ ਪਿੱਛੇ ਕੁੱਤੇ ਹੋ ਗਏ। ਕੁੱਤਾ ਵੀ ਇੰਝ ਟੁੱਕ ਨਹੀਂ ਖਾਂਦਾ। ਤੁਸੀਂ ਕੁੱਤੇ ਦੇ ਮਾਲਕ ਨੂੰ ਉਹਦੇ ਸਾਹਮਣੇ ਮਾਰੋ ਤੇ ਉਹਨੂੰ ਟੁੱਕਰ ਪਾਓ, ਨਹੀਂ ਖਾਏਗਾ ਤੁਹਾਡਾ ਟੁੱਕਰ। ਤੇ ਕੁਝ ਸ਼ਰਮ ਕਰੋ, ਹਯਾ ਕਰੋ। ਵੀਲੌਗ ਲੰਮਾ ਹੋ ਗਿਆ, ਲੋਕਾਂ ਦੇ ਉੱਤੇ ਇੰਜ ਵਹਿਸ਼ੀ ਹੋ ਕੇ ਮਾਵਾਂ ਦੇ ਪੁੱਤਰ ਮਾਰਦੇ ਹੋ। ਜੇ ਤੁਹਾਨੂੰ ਕੋਈ ਸ਼ਰਮ ਨਹੀਂ ਤੇ ਕਰ ਲਓ ਥੋੜ੍ਹੀ ਜੀ। ਤੇ ਜਿਹੜੀਆਂ ਤੁਹਾਡੀਆਂ ਮਾਵਾਂ ਨੇ, ਜਿਹੜੀਆਂ ਮੇਰੀਆਂ ਵੀ ਮਾਵਾਂ ਨੇ, ਤੁਹਾਡੀਆਂ ਭੈਣਾਂ ਨੇ, ਮੇਰੀਆਂ ਵੀ ਭੈਣਾਂ ਨੇ, ਮੈਂ ਉਹਨਾਂ ਨੂੰ ਆਨਾ ਵੀ ਜਿਸ ਵੇਲੇ ਇਹਨਾਂ ਚਵਲਾਂ ਨੂੰ ਘਰ ਰੋਟੀ ਖਵਾਉਂਦੇ ਹੁੰਦੇ ਤਾਂ ਇਹਨਾਂ ਨੂੰ ਪੁੱਛ ਲਿਆ ਕਰੋ ਕਿ ਵੀਰੇ ਅੱਜ ਉੱਥੇ ਤੁਸੀਂ ਇਹ ਡਾਂਗ ਫੇਰੀ ਹੈ ਲੋਕਾਂ ਨੂੰ, ਤੇ ਤੁਸੀਂ ਜੇ ਹੁਕਮ ਹੀ ਪੂਰਾ ਕਰਨਾ, ਡਾਂਗਾਂ ਹੀ ਲੋਕਾਂ ਨੂੰ ਹੌਲੀ ਮਾਰ ਲੈਣੀਆਂ ਸਨ। ਉਮੀਦ ਹੈ ਸੁਣ ਕੇ ਕੁਝ ਥੋੜ੍ਹੀ ਜਿਹੀ ਸ਼ਰਮ ਵੀ ਕਰੋਗੇ, ਹਯਾ ਵੀ ਕਰੋਗੇ। ਤੇ ਇਹ ਜਿਹੜੀਆਂ ਚਵਲਾਂ ਅਫਸਰ ਨੇ ਤੁਹਾਡੇ, ਇਹ ਬਾਅਦ 'ਤੇ ਪੈਰਾਂ ਦੇ ਤਸਮੇ ਬੰਨ੍ਹਦੇ ਫਿਰਦੇ ਨੇ ਜਿਹੜਾ ਸਰਕਾਰ 'ਚ ਆ ਜਾਏ। ਅੱਜ ਨੂਨ ਵਾਲੇ ਨੇ, ਕੱਲ੍ਹ PTI ਆ ਗਈ। ਇਹ ਸਾਰੀ ਪੁਲਿਸ ਮੈਂ ਥੱਲਿਓਂ ਉੱਤੇ ਤੱਕ ਵੇਖੀ ਹੋਈ ਹੈ। ਇਹ ਸਾਰਾ ਕੀ ਕਰਦੇ ਨੇ ਉੱਥੇ? ਹਾਂ, ਉਹਦੇ ਵਿੱਚ ਦਲੇਰ ਤੇ ਚੰਗੇ ਲੋਕ ਵੀ ਹੁੰਦੇ ਨੇ ਜਿਹੜੇ ਅੱਜ ਵੀ ਅਣਖ ਨਾਲ ਨੌਕਰੀ ਕਰ ਰਹੇ ਨੇ, ਉਦੋਂ ਵੀ ਅਣਖ ਨਾਲ ਨੌਕਰੀ ਕਰਦੇ ਨੇ। ਉਹਨਾਂ ਦੀ ਅਣਖ ਉਦੋਂ ਵੀ ਨਜ਼ਰ ਆਉਂਦੀ ਹੈ ਤੇ ਅੱਜ ਵੀ ਨਜ਼ਰ ਆਉਂਦੀ ਹੈ। ਤੇ ਉਹ ਜਿਹੇ ਵੀ ਹੁੰਦੇ ਨੇ ਜਿਹੜੇ ਲੰਮੇ ਪਏ ਹੁੰਦੇ ਨੇ, ਉਦੋਂ ਤੁਹਾਡੇ ਸਾਹਮਣੇ ਤੇ ਅੱਜ ਇਹਨਾਂ ਦੇ ਸਾਹਮਣੇ। ਇਸ ਲਈ ਆਪਣੀ ਅਣਖ ਵੀ ਰੱਖੋ, ਗੈਰਤ ਵੀ ਰੱਖੋ ਤੇ ਈਮਾਨ ਵੀ ਰੱਖੋ, ਤੇ ਕੋਈ ਬੰਦੇ ਦੇ ਪੁੱਤਰ ਬਣੋ। ਰੱਬ ਰਾਖਾ।